हाँ जी बेटा, तो असी सिंपल एक किया कि AWT की है। उस AWT ने यूज़ करके ਤੁਸੀਂ ਕਿੱਦਾਂ ਕੋਈ ਫਰੇਮ ਜਾਂ ਬਟਨ ਇਹ ਚੀਜ਼ਾਂ ਬਣਾ ਸਕਦੇ ਹੋ। ਜਿਵੇਂ ਤੁਹਾਡੀ ਉੱਪਰ ਵਾਲੀ ਐਗਜ਼ਾਮਪਲ ਜੋ ਆਪਾਂ ਡਿਸਕਸ ਕੀਤੀ ਸੀ ਪ੍ਰੀਵੀਅਸ ਵੀਡੀਓ ਦੇ ਵਿੱਚ, ਜੇ ਐਗਜ਼ਾਮਪਲ ਹੈ ਕਿ ਫਰੇਮ ਬਟਨ ਕਿੱਦਾਂ ਬਣਦੇ ਨੇ, ਤਾਂ ਇੱਥੇ ਅਸੀਂ ਬਣਾ ਕੇ ਵੀ ਦੇਖ ਲਿਆ ਕਿ ਜਦੋਂ ਅਸੀਂ ਇਹ ਸਾਰੀ ਕੋਡਿੰਗ ਕਰਾਂਗੇ ਤਾਂ ਇੱਦਾਂ ਦਾ ਤੁਹਾਡੇ ਕੋਲ ਇੱਕ ਫਰੇਮ ਬਣਿਆ ਆ ਜਾਊਗਾ। ਹੁਣ ਇਹ ਫਰੇਮ ਹੈ, ਯਾਨੀ ਕਿ ਤੁਹਾਡੀ ਕੰਪਿਊਟਰ ਦੀ ਸਕਰੀਨ ਦੇ ਉੱਪਰ ਜਿੰਨੀ ਜਗ੍ਹਾ 'ਚ ਅਸੀਂ ਕਿਹਾ ਉਨੀ ਜਗ੍ਹਾ ਦੇ ਵਿੱਚ ਇਹ ਤੁਹਾਨੂੰ ਫਰੇਮ ਬਣਿਆ ਸ਼ੋ ਹੋਊਗਾ, ਜਿਸ ਦੇ ਉੱਪਰ ਟਾਈਟਲ ਬਾਰ ਵੀ ਆਊਗੀ, ਪ੍ਰੋਪਰ ਤੁਹਾਡੇ ਬਟਨ ਹੋਣਗੇ ਮਿਨੀਮਾਈਜ਼ ਮੈਕਸੀਮਾਈਜ਼ ਕਲੋਜ਼ ਦੇ। ਇੱਥੇ ਜੋ ਅਸੀਂ ਹੈਡਿੰਗ ਦਿੱਤਾ ਹੋਇਆ ਉਹ ਹੈਡਿੰਗ ਆਊਗਾ ਤੁਹਾਡਾ। ਅਸੀਂ ਹੈਡਿੰਗ ਦਿੱਤਾ ਸੀ ਨਾ ਉੱਪਰ ਸੈਟ ਟਾਈਟਲ ਕਰਕੇ, ਠੀਕ ਹੈ, ਉਹ ਟਾਈਟਲ ਆ ਗਿਆ ਤੁਹਾਡਾ। ਅਤੇ ਫਿਰ ਅਸੀਂ ਉਹਦੇ ਉੱਪਰ ਬਟਨ ਕਿਹਾ ਸੀ ਬਣਾਉਣ ਨੂੰ ਕਿ ਬਟਨ ਬਣਿਆ ਆ ਜੇ, ਜਿਸ ਦੇ ਉੱਪਰ ਕਲਿੱਕ ਮੀ ਲਿਖਿਆ ਆਵੇ, ਕਿਸ ਜਗ੍ਹਾ 'ਤੇ ਉਹ ਬਣਿਆ ਆਵੇ। ਸੈੱਟ ਬਾਊਂਡ ਨੂੰ ਯੂਜ਼ ਕਰਕੇ ਅਸੀਂ ਉਹ ਵੀ ਸਭ ਕੁਛ ਬਣਾਇਆ ਸੀ। ਤਾਂ ਇਹ ਸੀ ਤੁਹਾਡੀ ਇੱਕ ਸਿੰਪਲ ਜੀ ਐਗਜ਼ਾਮਪਲ। ਇਸ ਤੋਂ ਨੈਕਸਟ ਜੋ ਅਸੀਂ ਟੌਪਿਕ ਕਵਰ ਕਰਾਂਗੇ ਇਵੈਂਟ ਐਂਡ ਲਿਸਨਰ ਜਾਂ ਇਵੈਂਟ ਹੈਂਡਲਿੰਗ ਕਹਿ ਦਿੰਦੇ ਪੁੱਤ ਆਪਾਂ। ਇਵੈਂਟ ਹੈਂਡਲਿੰਗ ਦਾ ਮਤਲਬ ਕੀ ਹੈ, ਬੈਕ ਦੀ ਹੀ ਐਗਜ਼ਾਮਪਲ ਦੇਖੋ। ਅਸੀਂ ਇਹ ਫਰੇਮ ਬਣਾਇਆ, ਬਟਨ ਬਣਾਤਾ, ਬਟ ਕੀ ਹੈ ਬਟਨ ਕੰਮ ਕਰੂਗਾ? ਉਹਨਾਂ ਟਾਈਮ ਇਹ ਕੰਮ ਨਹੀਂ ਕਰਦਾ। ਇਹਦੇ ਉੱਪਰ ਕਲਿੱਕ ਕਰੀ ਚਲੋ ਕਲਿੱਕ ਹੋ ਹੀ ਜਾਊਗਾ, ਬਟ ਕਲਿੱਕ ਹੋਣ ਤੋਂ ਬਾਅਦ ਕੀ ਹੋਵੇ ਉਹਦੀ ਅਸੀਂ ਕੋਡਿੰਗ ਤਾਂ ਕੀਤੀ ਨਹੀਂ। ਜੇਕਰ ਅਸੀਂ ਇਹ ਚੀਜ਼ ਕਰਨਾ ਚਾਹੁੰਦੇ ਹਾਂ ਕਿ ਬਟਨ ਦੇ ਉੱਪਰ ਬੰਦਾ ਕਲਿੱਕ ਕਰੇ ਤਾਂ ਕੀ ਹੋਵੇ, ਮਾਊਸ ਜੇ ਸਕਰੋਲ ਕਰ ਰਹੇ ਤਾਂ ਕੀ ਹੋਵੇ, ਅਸੀਂ ਟੈਕਸਟ ਬਾਕਸ ਦੇ ਉੱਪਰ ਕੋਈ ਕਲਿੱਕ ਕੀਤਾ ਤਾਂ ਕੀ ਹੋਵੇ। ਮਤਲਬ ਇੱਦਾਂ ਦੇ ਜਿਹੜੇ ਤੁਹਾਡੇ ਇਵੈਂਟ ਨੇ, ਮਤਲਬ ਅਕਰੈਂਸ ਆਫ ਐਨ ਐਕਸ਼ਨ, ਕੁਛ ਐਕਸ਼ਨ ਤੁਸੀਂ ਕਰ ਰਹੇ ਹੋ ਉਹਦੇ ਅਕੋਰਡਿੰਗ ਕੀ ਹੋਵੇ, ਉਹਨੂੰ ਅਸੀਂ ਕਹਿੰਦੇ ਹਾਂ ਇਵੈਂਟ ਹੈਂਡਲਿੰਗ। ਅਤੇ ਜਾਵਾ ਦੇ ਵਿੱਚ ਤੁਸੀਂ ਇਹ ਇਵੈਂਟ ਹੈਂਡਲਿੰਗ ਵੀ ਕਰ ਸਕਦੇ ਹੋ। ਜਿਵੇਂ ਬਟਨ ਦੇ ਉੱਪਰ ਅਸੀਂ ਕਲਿੱਕ ਕੀਤਾ ਜਾਂ ਮਾਊਸ ਨੂੰ ਡਰੈਗ ਕੀਤਾ, ਇਹ ਸਭ ਕੁਛ ਕਰਨ ਦੇ ਲਈ ਤੁਸੀਂ ਜਾਵਾ ਦਾ ਜਿਹੜਾ ਪੈਕੇਜ ਹੈ ਉਸਦੇ ਅੰਦਰ ਇੱਕ ਇਵੈਂਟ ਹੈਂਡਲਿੰਗ ਦਾ ਵੀ ਪੈਕੇਜ ਹੈ, ਉਸ ਨੂੰ ਯੂਜ਼ ਕਰਕੇ, ਉਸਦੇ ਅੰਦਰਲੀਆਂ ਕਲਾਸਾਂ ਨੂੰ ਯੂਜ਼ ਕਰਕੇ, ਲਿਸਨਰ ਇੰਟਰਫੇਸਿਸ ਨੂੰ ਯੂਜ਼ ਕਰਕੇ ਤੁਸੀਂ ਇਵੈਂਟ ਹੈਂਡਲਿੰਗ ਕਰ ਸਕਦੇ ਹੋ। ਤਾਂ ਆਈ ਹੋਪ ਤੁਸੀਂ ਇਵੈਂਟ ਸਮਝ ਗਏ ਨਾ, ਇਵੈਂਟ ਮਤਲਬ ਕੀ ਹੈਗਾ। ਤਾਂ ਜਾਵਾ ਇਵੈਂਟ ਕਲਾਸਿਸ ਤੇ ਜਿਹੜੇ ਇਹਦੇ ਲਿਸਨਰ ਇੰਟਰਫੇਸ ਨੇ, ਕੁਛ ਕਿਤੇ ਤੁਸੀਂ ਨਾਮ ਦੇ ਸਕਦੇ ਹੋ, ਸਭ ਤਾਂ ਨਹੀਂ ਆਪਾਂ ਯੂਜ਼ ਕਰ ਰਹੇਗੇ। ਜਿੱਦਾਂ ਐਕਸ਼ਨ ਇਵੈਂਟ ਹੋ ਗਿਆ, ਐਕਸ਼ਨ ਲਿਸਨਰ ਹੋ ਗਿਆ, ਮਾਊਸ ਇਵੈਂਟ, ਮਾਊਸ ਲਿਸਨਰ ਹੋ ਗਏ। ਫਿਰ ਇਹਦੇ ਮਾਊਸ ਵੀਲ, ਮਤਲਬ ਜੇ ਬੰਦਾ ਮਾਊਸ ਦੇ ਵੀਲ ਨੂੰ ਰੋਟੇਟ ਕਰ ਰਿਹਾ ਤਾਂ ਮਾਊਸ ਦੇ ਕੀ ਦੇ ਲਈ ਕਿਸੇ ਕੀ ਦਾ ਇਵੈਂਟ ਹੈ, ਕਿਸੇ ਆਈਟਮ 'ਤੇ ਟੈਕਸਟ 'ਤੇ ਤੁਸੀਂ ਕੋਈ ਇਵੈਂਟ ਲਾਉਣਾ ਚਾਹੁੰਦੇ ਹੋ, ਤੁਸੀਂ ਵਿੰਡੋ 'ਤੇ ਲਾਉਣਾ ਚਾਹੁੰਦੇ ਹੋ, ਤੁਸੀਂ ਕਿਸੇ ਚੀਜ਼ ਦੇ ਫੋਕਸ 'ਤੇ ਲਾਉਣਾ ਚਾਹੁੰਦੇ ਹੋ ਵੀ ਕਿਸੇ ਚੀਜ਼ ਦੇ ਕੋਲ ਅਸੀਂ ਸਿਰਫ ਮਾਊਸ ਲੈ ਕੇ ਗਏ ਤਾਂ ਕੀ ਹੋਵੇ। ਤਾਂ ਇਹ ਜਸਟ ਕੁਛ ਇਵੈਂਟ ਹੈਂਡਲਰਸ ਨੇ। ਤਾਂ ਇਵੈਂਟ ਹੈਂਡਲਿੰਗ ਕਿਵੇਂ ਹੁਣ ਅਸੀਂ ਕਰਾਂਗੇ, ਮੇਨ ਸਾਡਾ ਉਹ ਟੌਪਿਕ ਹੈ ਕਿ ਇਵੈਂਟ ਹੈਂਡਲਿੰਗ ਅਸੀਂ ਕਿੱਦਾਂ ਕਰਨੀ ਹੈ। ਇਵੈਂਟ ਹੈਂਡਲਿੰਗ ਕਰਨ ਦੇ ਲਈ ਪਹਿਲਾਂ ਤਾਂ ਤੁਸੀਂ ਰਜਿਸਟਰ ਕਰੋ ਤੁਹਾਡੇ ਕੰਪੋਨੈਂਟ ਨੂੰ, ਠੀਕ ਹੈ। ਅਤੇ ਹਰ ਇੱਕ ਦਾ ਆਪਦਾ ਕੋਈ ਨਾ ਕੋਈ ਰਜਿਸਟ੍ਰੇਸ਼ਨ ਮੈਥਡ ਹੋਊਗਾ। ਕਿਹਦਾ? ਜਿਵੇਂ ਬਟਨ ਦਾ ਦੇਖੋ, ਬਟਨ ਨੂੰ ਜੇਕਰ ਅਸੀਂ ਰਜਿਸਟਰ ਕਰਨਾ ਬੇਟਾ ਤਾਂ ਉਹਦਾ ਇਹ ਲਿਸਨਰ ਹੁੰਦਾ ਗਾ, ਤਾਂ ਤੁਸੀਂ ਉਹਦੇ ਇਸ ਨੂੰ ਯੂਜ਼ ਕਰ ਸਕਦੇ ਹੋ। ਉਹਦੀ ਕੋਡਿੰਗ ਤੁਸੀਂ ਇਹਦੇ ਵਿੱਚ ਕਰੋਗੇ, ਆ ਜਿਹੜੀ ਕਰਲੀ ਬ੍ਰੇਸਿਸ ਨੇ ਨਾ ਇਹਦੇ ਵਿੱਚ ਤੁਸੀਂ ਕਰੋਗੇ ਕਿ ਜੇਕਰ ਬੰਦਾ ਬਟਨ ਦੇ ਉੱਪਰ ਕਰ ਰਿਹਾ ਕੋਈ ਐਕਸ਼ਨ ਤਾਂ ਕੀ ਹੋਵੇ, ਕੀ ਕੋਈ ਮੈਸੇਜ ਦਿਖਾਉਣਾ ਚਾਹੁੰਦੇ ਹੋ ਕਿ ਹੈਲੋ ਯੂ ਹੈਵ ਪ੍ਰੈਸ ਦਾ ਬਟਨ, ਜਾਂ ਉਹਦੇ ਉੱਪਰ ਕੋਈ ਹੋਰ ਕੋਡਿੰਗ ਹੋਵੇ, ਜਾਂ ਕਿਸੇ ਚੀਜ਼ ਦਾ ਕਲਰ ਚੇਂਜ ਹੋ ਜੇ, ਜਾਂ ਇੱਕ ਫਾਰਮ ਤੋਂ ਅਸੀਂ ਦੂਸਰੇ ਫਾਰਮ 'ਤੇ ਜਾਣਾ ਚਾਹੁੰਦੇ ਹਾਂ, ਜਾਂ ਕਿਸੇ ਚੀਜ਼ ਨੂੰ ਅਸੀਂ ਇਨਵਿਜ਼ੀਬਲ ਜਾਂ ਵਿਜ਼ੀਬਲ ਕਰਨਾ ਚਾਹੁੰਦੇ ਹਾਂ ਬਟਨ ਦੀ ਕਲਿੱਕ 'ਤੇ, ਤਾਂ ਉਹ ਸਾਰੀ ਕੋਡਿੰਗ ਇਹਦੇ ਵਿੱਚ ਲਿਖੀ ਜਾਊਗੀ। ਇੱਦਾਂ ਹੀ ਬੇਟਾ ਮੈਨਿਊ ਆਈਟਮ, ਟੈਕਸਟ ਫੀਲਡ, ਟੈਕਸਟ ਏਰੀਆ, ਸਭ ਦੇ ਚੁਆਇਸ ਲਿਸਟ, ਇਹ ਜਿੰਨੇ ਵੀ ਕੰਪੋਨੈਂਟਸ ਨੇ ਉਹਨਾਂ ਸਾਰੇ ਹੀ ਕੰਪੋਨੈਂਟਸ ਦੇ ਤੁਹਾਡੇ ਐਕਸ਼ਨ ਲਿਸਨਰ ਹੈਗੇ ਨੇ। ਕਲੀਅਰ? ਤਾਂ ਇੱਥੇ ਜੋ ਅਸੀਂ ਐਗਜ਼ਾਮਪਲ ਕੀਤੀ ਹੋਈ ਹੈ ਐਕਸ਼ਨ ਲਿਸਨਰ ਨੂੰ ਇੰਪਲੀਮੈਂਟ ਕਰਕੇ, ਕਿਉਂਕਿ ਇੰਟਰਫੇਸ ਹੈ ਨਾ ਇੱਕ, ਇਹਨੂੰ ਇੰਪਲੀਮੈਂਟ ਕਰਕੇ ਹੀ ਅਸੀਂ ਇਹਦੀ ਐਗਜ਼ਾਮਪਲ ਕਰ ਰਹੇ ਹਾਂ। ਅਤੇ ਐਗਜ਼ਾਮਪਲ ਵੀ ਅਸੀਂ ਕੀ ਕਰ ਰਹੇ ਹਾਂ ਕਿ ਜਦੋਂ ਬੰਦਾ ਬਟਨ ਦੇ ਉੱਪਰ ਕਲਿੱਕ ਕਰੇ, ਦੇਖੋ ਅਸੀਂ ਇੱਕ ਬਟਨ ਬਣਾਵਾਂਗੇ ਕਲਿੱਕ ਮੀ ਦਾ, ਠੀਕ ਹੈ, ਅਤੇ ਉਹਦੇ ਕਲਿੱਕ 'ਤੇ ਕੋਈ ਨਾ ਕੋਈ ਕੰਮ ਕਰਕੇ ਦਿਖਾਵਾਂਗੇ। ਅਤੇ ਕੰਮ ਅਸੀਂ ਕੀ ਕਰ ਰਹੇ ਹਾਂ, ਨੀਚੇ ਦੇਖੋ ਬੇਟਾ, ਪੂਰੀ ਕੋਡਿੰਗ ਇੱਕ ਵਾਰ ਮੈਂ ਐਕਸਪਲੇਨ ਕਰ ਰਹੀ। ਆਹ ਤੁਹਾਡਾ ਐਕਸ਼ਨ ਪਰਫੋਰਮਡ ਹੈ, ਠੀਕ ਹੈ। ਅਤੇ ਇਹਦਾ ਐਕਸ਼ਨ ਕੀ ਹੈ, ਟੈਕਸਟ ਸੈੱਟ ਹੋ ਜੇ ਵੈਲਕਮ। ਕਿਹਦਾ ਟੈਕਸਟ ਸੈੱਟ ਹੋ ਜੇ ਵੈਲਕਮ? TF ਦਾ। ਹੁਣ TF ਕੀ ਹੈ, ਤਾਂ ਸਾਰੇ ਪ੍ਰੋਗਰਾਮ ਨੂੰ ਧਿਆਨ ਨਾਲ ਤੁਸੀਂ ਦੇਖਿਓ। TF ਸਾਡਾ ਜਿਹੜਾ ਉੱਪਰ ਅਸੀਂ ਇੱਕ ਟੈਕਸਟ ਫੀਲਡ ਬਣਾਇਆ। ਕਲੀਅਰ? ਤਾਂ ਹੁਣ ਪਹਿਲਾਂ ਮੈਂ ਕਰਵਾਉਣ ਤੋਂ ਪਹਿਲਾਂ ਤੁਹਾਨੂੰ ਸਾਰੇ ਇੱਕ ਵਾਰ ਕੰਪੋਨੈਂਟਸ ਬਾਰੇ ਦੱਸਦੇ ਹਾਂ। ਹਾਲਾਂਕਿ ਤੁਸੀਂ HTML 'ਚ ਕੀਤਾ। ਲੇਬਲ ਸਮਝਦੇ ਹੋ? ਲੇਬਲ ਕੀ ਹੁੰਦਾ ਗਾ? ਲੇਬਲ ਜਿਵੇਂ ਸਪੋਜ਼ ਕਰੋ ਆ ਮੈਂ ਕੋਈ ਟੈਕਸਟ ਬਾਕਸ ਬਣਾਇਆ, ਅੱਗੇ ਟੈਕਸਟ ਬਾਕਸ ਸਮਝੋ ਜਿਸ ਦੇ ਵਿੱਚ ਬੰਦਾ ਰਨ ਟਾਈਮ 'ਤੇ ਕੁਛ ਐਂਟਰ ਕਰ ਸਕਦਾ। ਜਿਵੇਂ ਆਪਾਂ ਦਾ ਨੇਮ ਭਰ ਰਹੇ ਹਾਂ, ਅੱਗੇ ਉਹਦੇ ਲਿਖਿਆ ਇਹਨਾਂ ਦਾ ਹੁੰਦਾ ਸਟੂਡੈਂਟ ਨੇਮ, ਜਸਟ ਵੀ ਇਹਦੇ ਬਾਰੇ ਕੋਈ ਲਿਖਿਆ ਸੀ ਤਾਂ ਉਹਨੂੰ ਅਸੀਂ ਲੇਬਲ ਨਾਲ ਸੈੱਟ ਕਰਦੇ, ਉਹਨੂੰ ਅਸੀਂ ਕਹਿੰਦੇ ਲੇਬਲ। ਜਿਹਦੇ ਵਿੱਚ ਅਸੀਂ ਐਂਟਰ ਕਰ ਰਹੇ ਹਾਂ ਉਹਨੂੰ ਟੈਕਸਟ ਫੀਲਡ ਕਹਿੰਦੇ ਆ, ਜਿਹਨੂੰ ਤੁਸੀਂ HTML ਵਗੈਰਾ 'ਚ ਟੈਕਸਟ ਬਾਕਸ ਕਹਿੰਦੇ ਹੋ ਨਾ, ਇੱਥੇ ਉਹਨੂੰ ਟੈਕਸਟ ਫੀਲਡ ਬੋਲਿਆ ਜਾਂਦਾ ਗਾ। ਇੱਦਾਂ ਹੀ ਬੇਟਾ ਬਟਨ ਤੁਸੀਂ ਸਮਝਦੇ ਹੋ। ਅੱਛਾ, ਕੋਂਬੋ ਕੀ ਹੁੰਦਾ ਗਾ ਕਿ ਇੱਦਾਂ ਇੱਕ ਡਰੋਪ ਡਾਊਨ ਲਿਸਟ ਸ਼ੋ ਕਰਦਾ ਹੁੰਦਾ ਗਾ
उसके उपर असीं जो क्लिक करते हैं तो साढ़े एलीमेंट्स जो जो असीं इस लिस्ट ऐड किए जिवें 3 क्लासिस ऐड की BA BCA BBA ये 3 क्लासिस तुहानूं दिखाऊगा तो तुसीं उहदे विचों किसी चीज़ नूं चूज़ कर सकते हो। ये सारी सैटिंग्स भी असीं खुद कर सकते हैं। इदां तुहाडी एक लिस्ट है, ठीक है, जिस दे विच इदां एक लिस्ट टाइप तुहाडे कोल बनी आऊगी BA BCA BBA, यानी कि ड्रॉप तुसीं क्लिक कीते तो बाद नहीं तुहानूं शो करू, तुहानूं एवें शो होगी पूरी पूरी लिस्ट। इदां होर काफ़ी सारे कंपोनेंट्स ने। ਇੱਥੇ ਅਸੀਂ यूज़ करें टैक्सट फील्ड नूं, बटन नूं, ते बटन दी क्लिक ते ਅਸੀਂ टैक्सट फील्ड दे विच वैलकम लिखिया होया दिखा रहे हैं, पहला नहीं वैलकम लिखिया, ठीक है। तो एक बार तुहानूं मैं इहदी डायग्राम दिखा दिया कुछ इदां ਤੁਹਾਡੇ ਕੋਲ ਇੱਕ ਟੈਕਸਟ ਬਾਕਸ ਬਣਿਆ ਆਊਗਾ, ਬਟ ਸ਼ੁਰੂ 'ਚ ਉਹਦੇ ਵਿੱਚ ਵੈਲਕਮ ਨਹੀਂ ਆਉਣਾ। ਜਦੋਂ ਅਸੀਂ ਕਲਿੱਕ ਕਰਾਂਗੇ ਇਸ ਦੇ ਉੱਪਰ ਤਾਂ ਇੱਥੇ ਕੀ ਲਿਖਿਆ ਆ ਜਾਊਗਾ ਵੈਲਕਮ। ਤੁਸੀਂ ਚਾਹੋ ਤਾਂ ਕੁਝ ਹੋਰ ਲਿਖ ਸਕਦੇ ਹੋ। ਕਿਸੇ ਵੀ ਟੈਕਸਟ ਬਾਕਸ ਦੇ ਉੱਪਰ ਕੁਝ ਲਿਖਣ ਲਈ ਹੈ ਨਾ ਤੁਸੀਂ ਸੈੱਟ ਟੈਕਸਟ ਜਿਹੜਾ ਫੰਕਸ਼ਨ ਹੈ ਤੁਹਾਡਾ ਉਹਨੂੰ ਯੂਜ਼ ਕਰ ਸਕਦੇ ਹੋ। ਤਾਂ ਹੁਣ ਆਪਾਂ ਮੇਨ ਪ੍ਰੋਗਰਾਮ ਸ਼ੁਰੂ ਕਰੀਏ। ਤਾਂ ਪਹਿਲਾਂ ਤਾਂ ਦੇਖੋ AW ਤੇ ਇਵੈਂਟ ਹੈ, ਦੋਨਾਂ ਹੀ ਪੈਕੇਜਸ ਨੂੰ ਕਰ ਲਓ ਇੰਪੋਰਟ। उस तो बाद तुहाडी जिहड़ी क्लास है एक तो ने एक्सटेंड तो करना ही हुंदा फ्रेम क्लास नूं, क्योंकि सब कुछ असीं फ्रेम के उपर बनावांगे। एक तुसीं एक्शन लिसनर नूं ऐड करो, क्योंकि जो असीं इवेंट हैंडलिंग करवा रहे हैं एक्शन लिसनर के थ्रू करवा रहे हैं। फिर असीं एक टैक्सट फील्ड का ऑब्जेक्ट बना लिया TF टैक्सट फील्ड। ये रूल ही है बेटा, तुसीं इदां ही लिखोगे टैक्सट फील्ड जिवें जो कोई टैक्सट फील्ड बनाना ना तो वो क्लास टैक्सट फील्ड है उसका ऑब्जेक्ट बनाया जाता है, इदां ही बनाया जाऊ। चाहो तो वो चीज़ तुसीं इत्थे ही इकट्ठी लिख सकते सी। इन्होंने ऑब्जेक्ट पहला बना लिया नीचे, फिर उन्होंने इनिशलाइज करवा रहा, तुसीं इत्थे भी लिख सकते सी पूरी लाइन टैक्सट फील्ड लिख के TF जो ऑब्जेक्ट बना रहे हो इक्वल टू पाके जो इत्थे लिखा हुआ सी न्यू तो बाद न्यू टैक्सट फील्ड वापस तुहाडे इसी क्लास का नाम पिछे गोल ब्रैकेट सैमीकोलन, ठीक है। तो इस तरीके नाल तुसीं टैक्सट फील्ड बना सकते हो। उपर पहला उन्होंने डिकलेयर कर लो, नीचे करो, बाद दे विच न्यू वर्ड नूं यूज़ करके इनिशलाइज या दोनों चीज़ां इकट्ठियां ही कर दो। क्लीयर। तो क्लास बन गई कि जिन्हें फ्रेम नूं एक्सटेंड किया, इनहैरिट किया। एक एक्शन लिसनर जिहड़ा तुहाडा इंटरफेस है असीं उहनूं इंप्लीमेंट कर लिया। तो उस क्लास दे विच क्योंकि ये करली ब्रेस पे उस क्लास दे विच असीं एक टैक्सट फील्ड बना लिया। तो उस क्लास के कंस्ट्रक्टर दे विच जाके सारी कोडिंग लिख रहे हैं। की कुछ कर रहे हैं असीं पहलां तां कीता कि जिहड़ा टैक्सट फील्ड बन जे। अच्छा असीं ब्लैंक ही बनाया, फिर असीं उस टैक्सट फील्ड का साइज़ दसता, सैट बाउंड किते किते TF साडा की है टैक्सट फील्ड। असीं उहदा नाम रखिया ना TF, साडा एक इंस्टांस है, नाम असीं आपदे कोलों रख सकते हैं, बट आ जो टैक्सट फील्ड लिखिया ये तुसीं एज इट इज़ ही लिखोगे, स्पैलिंग्स भी एज इट इज़ ही रहणगे, ठीक है। उहदे असीं बाउंड सैट करते। फिर असीं एक बटन बनाया, उपर क्लिक मी लिखिया वे। फिर असीं B दे सैट बाउंड किते, B मतलब साडा बटन, उहदे बाउंड सैट करते भी आ लोकेशन दे अकॉर्डिंग उन्हें बनना गा। फिर असीं उसनूं करता ऐड, उहदा एक्शन लिसनर ऐड किया, किहदा ऐड किया B दा एक्शन लिसनर, ठीक है, यानी कि उहदे उपर जिहड़ा इवेंट हैंडलिंग नूं हैंडल करूँगा। फिर B नूं ते TF नूं दोनों नूं असीं ऐड करता, फ्रेम दे उपर दोने बन गए, ठीक है, दोनों फ्रेम च बन जाने। फिर असीं फ्रेम का साइज़ सैट करता, फ्रेम का लेआउट करता। तुसीं चाहो तो बेटा लेआउट ना करो, ठीक है, जे चाहो तो साइज़ तुसीं घट वध भी कर सकते हो जिवें तुसीं चाहो। तो इत्थे असीं कुछ नहीं ना पा रहे, ना अगे असीं B पाया ना असीं TF पाया, मतलब असीं फ्रेम की गल कर रहे हैं, उसनूं विजिबल भी करता फ्रेम नूं। तो उस तो बाद तुसीं कोडिंग इहदी करनी है एक्शन परफॉर्म्ड दी। तो उसके उपर असीं कीता कि जो भी बंदा कोई एक्शन परफॉर्म करे तो आ वाली कोडिंग चलूगी। तो कोडिंग की होगी TF का सैट टैक्सट हो जाए। सैट टैक्सट एक फंक्शन है, मैथड है, जो तुहाडे टैक्सट बॉक्स के अंदर की लिखिया आऊगा उहनूं तुसीं उहदे नाल चेंज कर सकते हो, उहदे नाल सैट कर सकते हो। जे इहदे अंदर लिखे हुए वर्ड नूं मैं देखना चाहुंदी है की है तो उदों मैं गैट टैक्सट यूज़ करूँगी फंक्शन। जे मैं सिर्फ इसनूं चेंज करना चाहुंदी हाँ तो उदों मैं सैट टैक्सट यूज़ करूँगी, ठीक है। टैक्सट बॉक्स के उपर लिखी किसी चीज़ नूं असीं सैट कर सकते हैं, सैट फंक्शन नूं यूज़ करके, सैट टैक्सट फंक्शन यूज़ करके। ये बेटा स्पैलिंग जरूर ध्यान रखो, ये एज इट इज़ रहेंगे, S स्मॉल है उस तो बाद T कैपिटल है, क्लीयर। तो मेन दे विच कुछ नहीं, असीं सोडी ही क्लास का एक ऑब्जेक्ट बनाया, किहड़ी क्लास का, जिहड़ी क्लास दे विच सारी कोडिंग असीं कर रहे हैं, क्योंकि उहनूं चलाउण दे लई सानूं उहदा ऑब्जेक्ट तो बनाउणा ही पैना। तो असीं उस क्लास का, साडी क्लास किहड़ी सी ए इवेंट, उस क्लास का मेन दे विच बनाता ऑब्जेक्ट। जो मेन दे विच ऑब्जेक्ट बन गया वो क्लास का कंस्ट्रक्टर अपने आप एग्जीक्यूट हो जू। तो कंस्ट्रक्टर दे विच ही असीं सारी कोडिंग की हुई है, ये सारी कोडिंग अपने आप एग्जीक्यूट हो जूगी, क्लीयर। दूसरा तरीका एक होर भी है तुहाडा इवेंट हैंडलिंग का, क्लीयर, जिस दे विच तुसीं
ਉਹਨੂੰ ਇੰਪਲੀਮੈਂਟ ਨਹੀਂ ਕਰੋਗੇ ਐਕਸ਼ਨ ਲਿਸਨਰ ਨੂੰ। ਦੂਸਰਾ ਮੈਥਡ ਕਿਹੜਾ ਉਹ ਦੇਖ ਸਕਦੇ ਹੋ ਤੁਸੀਂ, ਐਕਸ਼ਨ ਲਿਸਨਰ ਹੀ ਤੁਸੀਂ ਇੱਥੇ ਲੈ ਲਓ। ਸਿਰਫ ਤੁਹਾਡੀ ਕਲਾਸ ਬਣਾਓ, ਐਕਸਟੈਂਡ ਕਰੋ ਫਰੇਮ ਕਲਾਸ ਨੂੰ, ਠੀਕ ਹੈ। ਟੈਕਸਟ ਫੀਲਡ ਉਦੋਂ ਹੀ ਬਣਾਇਆ ਇੱਕ, ਫਿਰ ਕੰਸਟਰਕਟਰ ਦੇ ਵਿੱਚ ਆ ਕੇ ਟੈਕਸਟ ਫੀਲਡ ਨੂੰ ਇਨੀਸ਼ੀਅਲਾਈਜ਼ ਕੀਤਾ, ਉਸ ਦੀਆਂ ਬਾਉਂਡਰੀ ਸੈੱਟ ਕੀਤੀਆਂ, ਇੱਕ ਬਟਨ ਬਣਾਇਆ, ਬਟਨ ਦੀਆਂ ਬਾਉਂਡਰੀ ਸੈੱਟ ਕੀਤੀਆਂ, ਤੇ ਹੁਣ ਕੀਤਾ ਬੀ ਦੇ ਉੱਪਰ ਐਡ ਐਕਸ਼ਨ ਲਿਸਨਰ। ਬੀ ਦਾ ਐਕਸ਼ਨ ਲਿਸਨਰ ਜੋ ਐਡ ਕੀਤਾ, ਤੇ ਫਿਰ ਉਸ ਦੀ ਐਕਸ਼ਨ ਪਰਫੋਰਮਡ ਦੀ ਕੋਡਿੰਗ ਅਸੀਂ ਕੀਤੀ ਕਿ ਉਸ ਦੇ ਅਕੋਰਡਿੰਗ ਸੈੱਟ ਟੈਕਸਟ ਹੋ ਜੇ। ਬਾਕੀ ਸਾਰੀ ਤੁਹਾਡੀ ਕੋਡਿੰਗ ਸਾਰੀ ਸੇਮ ਹੈ। ਵੀ ਬਟਨ ਨੂੰ ਐਡ ਕੀਤਾ ਫਰੇਮ ਦੇ ਉੱਪਰ, ਟੈਕਸਟ ਬਾਕਸ ਨੂੰ ਐਡ ਕੀਤਾ, ਫਰੇਮ ਦੀਆਂ ਸੈਟਿੰਗਸ ਕੀਤੀਆਂ, ਅਤੇ ਬਾਅਦ ਵਿੱਚ ਮੇਨ ਦੇ ਵਿੱਚ ਉਸ ਨੂੰ ਕਰਤਾ ਸੀ ਕਾਲ। ਇੱਦਾਂ ਹੀ ਓਕੇ, ਇੱਥੋਂ ਤੱਕ ਸਾਡੀ ਇਵੈਂਟ ਹੈਂਡਲਿੰਗ ਦਾ ਟੌਪਿਕ ਕਵਰ ਹੋ ਗਿਆ। ਮੈਂ ਸਿਰਫ 2 ਹੀ ਐਗਜ਼ਾਮਪਲ ਲੈ ਕੇ ਤੁਹਾਨੂੰ ਇਵੈਂਟ ਹੈਂਡਲਿੰਗ ਕਰਕੇ ਦਿਖਾਈ ਹੈ। ਇਸ ਤੋਂ ਨੈਕਸਟ ਜੋ ਆਉਂਦਾ ਬੇਟਾ ਸਾਡੇ ਕੋਲ, ਹੁਣ ਇੱਕ ਜੋ ਅਸੀਂ ਕੰਪੋਨੈਂਟ ਦੀ ਗੱਲ ਕਰ ਰਹੇ ਸੀ ਨਾ ਕਿ ਬਟਨ ਕਿੱਦਾਂ ਬਣਦਾ, ਟੈਕਸਟ ਬਾਕਸ ਕਿੱਦਾਂ ਬਣਦਾ, ਉਹਦੇ ਲਈ ਕੀ ਕਰਨਾ ਪੈਂਦਾ, ਉਸ ਇੱਕ ਐਗਜ਼ਾਮਪਲ ਉਹਨਾਂ ਦੀ ਦਿੱਤੀ ਹੋਈ ਮੈਂ ਸਾਰੇ ਕੰਪੋਨੈਂਟਸ ਦੀ। ਤਾਂ ਪਹਿਲਾਂ ਤਾਂ AWT ਬਟਨ ਦੱਸ ਦੂੰਗੀ ਕਿ AWT ਕਲਾਸ ਦੇ ਵਿੱਚ ਪੈਕੇਜ ਦੇ ਵਿੱਚ ਇੱਕ ਬਟਨ ਕਲਾਸ ਵੀ ਹੈ, ਜਿਸ ਦੀ ਹੈਲਪ ਨਾਲ ਅਸੀਂ ਇੱਕ ਬਟਨ ਕ੍ਰੀਏਟ ਕਰ ਸਕਦੇ ਹਾਂ। ਬਟਨ ਕ੍ਰੀਏਟ ਕਰਨ ਦੇ ਲਈ, ਠੀਕ ਹੈ, ਤੁਸੀਂ ਬਟਨ ਕਲਾਸ ਨੂੰ ਯੂਜ਼ ਕਰ ਲਓ, ਅਤੇ ਜੇਕਰ ਤੁਸੀਂ ਉਸ ਕਲਾਸ ਦਾ ਜੋ ਵੀ ਮਤਲਬ ਇਵੈਂਟ ਹੈਂਡਲਿੰਗ ਚਾਹੋ ਤਾਂ ਇਵੈਂਟ ਹੈਂਡਲਿੰਗ ਵੀ ਕਰਵਾ ਸਕਦੇ ਹੋ। ਬਟ ਇੱਥੇ ਅਸੀਂ ਜਸਟ ਇੱਕ ਸਿੰਪਲ ਬਟਨ ਬਣਾ ਕੇ ਦਿਖਾਉਣੇ ਆ। ਤਾਂ ਅਸੀਂ ਕੀ ਕੀਤਾ, ਇੱਕ ਕਲਾਸ ਬਣਾਈ ਬਟਨ ਡੈਮੋ, ਉਸ ਦੇ ਵਿੱਚ ਅਸੀਂ ਬਣਾ ਲਿਆ ਤੁਹਾਡਾ ਮੇਨ ਫੰਕਸ਼ਨ। ਇੱਥੇ ਅਸੀਂ ਐਕਸਟੈਂਡ ਨਹੀਂ ਕੀਤਾ ਫਰੇਮ ਕਲਾਸ ਨੂੰ, ਤਾਂ ਤੁਸੀਂ ਡਾਇਰੈਕਟ ਫਰੇਮ ਕਲਾਸ ਦਾ ਆਬਜੈਕਟ ਇੱਥੇ ਹੀ ਬਣਾ ਸਕਦੇ ਹੋ, ਠੀਕ ਹੈ। ਫਰੇਮ ਨੂੰ ਕਲਾਸ ਨੂੰ ਜੇ ਅਸੀਂ ਉੱਪਰ ਦੀ ਤਰ੍ਹਾਂ ਜੇ ਅਸੀਂ ਉੱਪਰ ਵਾਲੀ ਐਗਜ਼ਾਮਪਲ ਦੇਖੀਏ ਬੇਟਾ, ਤਾਂ ਇੱਥੇ ਹਮੇਸ਼ਾ ਹੀ ਮੈਂ ਫਰੇਮ ਕਲਾਸ ਨੂੰ ਐਕਸਟੈਂਡ ਕੀਤਾ। ਜੇ ਮੈਂ ਇੱਥੇ ਬਟਨ ਬਣਾਉਣੀ ਹੈ ਨਾ, ਜਾਂ ਮੈਂ ਟੈਕਸਟ ਬਾਕਸ ਦਾ ਬਟਨ ਦਾ ਆਬਜੈਕਟ ਬਣਾ ਰਹੀ ਹਾਂ, ਇੰਸਟਾਂਸ ਬਣਾ ਰਹੀ ਹਾਂ, ਉੱਥੇ ਮੈਂ ਫਰੇਮ ਦਾ ਕਦੇ ਨਹੀਂ ਬਣਾਇਆ। ਪਰ ਤੁਸੀਂ ਚਾਹੋ ਤਾਂ ਤੁਸੀਂ ਇਹੀ ਚੀਜ਼ ਬਟਨ ਕਲਾਸ ਨੂੰ ਐਕਸਟੈਂਡ ਨਾ ਕਰਕੇ ਤੁਸੀਂ ਮੇਨ ਦੇ ਵਿੱਚ ਉਹਦਾ ਆਬਜੈਕਟ ਬਣਾ ਲਓ। ਅਸੀਂ ਫਰੇਮ ਦਾ ਆਬਜੈਕਟ F1 ਬਣਾਇਆ, ਨਾਲ ਹੀ ਇਹ ਦਿੱਤਾ, ਇਹ ਕੀ ਹੈ ਤੁਹਾਡਾ ਟਾਈਟਲ। ਉਹ ਤਾਂ ਅਸੀਂ ਸੈੱਟ ਟਾਈਟਲ ਕਰਕੇ ਕਰਦੇ ਸੀ ਸੈੱਟ, ਤੁਸੀਂ ਚਾਹੋ ਤਾਂ ਇੱਥੇ ਹੀ ਦੇ ਦਿਓ, ਟਾਈਟਲ ਹੀ ਆਪਣੇ ਆਪ ਸੈੱਟ ਹੋ ਜਾਊਗਾ। ਉਸ ਤੋਂ ਬਾਅਦ ਕਿਸੇ ਬਟਨ ਬਣਾਇਆ ਜਿਸ ਦੇ ਉੱਪਰ ਪ੍ਰੈਸ ਹੇਅਰ ਲਿਖਿਆ ਹੋਵੇ, ਬਟਨ ਦੀਆਂ ਬਾਉਂਡਰੀ ਸੈੱਟ ਕੀਤੀਆਂ, ਫਿਰ ਉਸ ਬਟਨ ਨੂੰ F1 ਦੇ ਉੱਪਰ ਐਡ ਕਰਤਾ। F1 ਮਤਲਬ ਸਾਡਾ ਫਰੇਮ 1, ਕਲੀਅਰ ਹੈ। ਇੱਥੇ ਅਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ। ਉੱਥੇ ਅਸੀਂ ਐਕਸਟੈਂਡ ਉੱਪਰ ਕਰ ਲੈਂਦੇ ਸੀ ਫਰੇਮ ਕਲਾਸ ਨੂੰ, ਇੱਥੇ ਆਬਜੈਕਟ ਬਣਾਉਂਦੇ ਹੀ ਨਹੀਂ ਸੀ। ਆਬਜੈਕਟ ਨਹੀਂ ਬਣਾਇਆ ਸੀ ਤਾਂ ਡਾਇਰੈਕਟ ਐਡ ਲਿਖਦੇ ਨਹੀਂ ਸੀ ਅਸੀਂ, ਐਡ ਕਰਦੇ ਸੀ ਸੈੱਟ ਸਾਈਜ਼ ਲੇਆਊਟ, ਉਹ ਆਪਣੇ ਫਰੇਮ 'ਤੇ ਅਪਲਾਈ ਹੁੰਦਾ ਸੀ। ਹੁਣ ਅਸੀਂ ਫਰੇਮ ਦਾ ਆਬਜੈਕਟ ਬਣਾਇਆ ਹੋਇਆ, ਤਾਂ ਜੋ ਫੰਕਸ਼ਨਸ ਤੁਸੀਂ ਫਰੇਮ 'ਤੇ ਲਾ ਰਹੇ ਹੋ ਨਾ, ਉਹਦੇ ਅੱਗੇ F1 ਪਾਓ, ਜੋ ਬਟਨ 'ਤੇ ਲਾ ਰਹੇ ਹੋ B1 ਲਿਖੋ। ਅਸੀਂ ਬਟਨ ਦੀਆਂ ਬਾਉਂਡਰੀ ਸੈੱਟ ਕੀਤੀਆਂ, B1 ਨੂੰ ਐਡ ਕਰਤਾ F1 ਦੇ ਉੱਪਰ, ਫਰੇਮ ਦੇ ਉੱਪਰ ਬਟਨ ਨੂੰ ਐਡ ਕਰਤਾ, ਫਰੇਮ ਦਾ ਸਾਈਜ਼ ਸੈੱਟ ਕੀਤਾ, ਫਰੇਮ ਦਾ ਲੇਆਊਟ ਸੈੱਟ ਕੀਤਾ, ਫਰੇਮ ਦੀ ਵਿਜ਼ੀਬਿਲਿਟੀ ਸੈੱਟ ਕਰਕੇ ਤੁਸੀਂ ਬਟਨ ਬਣਾ ਕੇ ਦਿਖਾਤਾ। ਇਸ ਐਗਜ਼ਾਮਪਲ ਤੋਂ ਬਾਅਦ ਤੁਹਾਡੇ ਕੋਲ ਆਊਟਪੁੱਟ ਨਹੀਂ ਹੈ, ਬਟ ਹੋਊਗਾ ਕਿ ਤੁਹਾਡਾ ਇੱਕ ਫਰੇਮ ਬਣੂਗਾ ਜਿਸ ਦੇ ਉੱਪਰ ਆਹ ਵਾਲਾ ਜਿਹੜਾ ਟਾਈਟਲ ਇੱਥੇ ਲਿਖਿਆ ਆਊਗਾ, ਉਸ ਦੇ ਉੱਪਰ ਇੱਕ ਬਟਨ ਬਣਿਆ ਆਊਗਾ ਜਿੱਥੇ ਲਿਖਿਆ ਆਊਗਾ ਪ੍ਰੈਸ ਹੇਅਰ। ਨੈਕਸਟ ਐਗਜ਼ਾਮਪਲ ਜੋ ਆਪਾਂ ਕਰ ਰਹੇ ਹਾਂ AWT ਲੇਬਲ ਦੀ। ਤਾਂ ਲੇਬਲ ਕੀ ਹੈ, ਜੇ ਅਸੀਂ ਸਿਰਫ ਕੋਈ ਇੱਕ ਟੈਕਸਟ ਜਿਹਾ ਦਿਖਾਉਣਾ ਚਾਹੁੰਦੇ ਹੋ, ਕੁਛ ਅੱਗੇ ਲਿਖਿਆ ਹੋਵੇ, ਜਿਵੇਂ ਅਸੀਂ ਨਹੀਂ ਕਹਿੰਦੇ ਵੀ ਆਹ ਟੈਕਸਟ ਬਾਕਸ ਇਹਨਾਂ ਨੇ ਕਾਹਦੇ ਲਈ ਨੇ, ਕਿਵੇਂ ਬੰਦੇ ਨੂੰ ਪਤਾ ਲੱਗੂ ਕਿ ਆਹ ਵਾਲਾ ਨੇਮ ਲਈ ਹੈ, ਆਹ ਰੋਲ ਨੰਬਰ ਲਈ ਹੈ, ਤਾਂ ਅੱਗੇ ਅਸੀਂ ਉਹਦੇ ਬਾਰੇ ਕੁਛ ਲਿਖਾਂਗੇ ਨਾ। ਉਹ ਕੁਛ ਲਿਖਣ ਲਈ ਅਸੀਂ ਕਿਹਨੂੰ ਯੂਜ਼ ਕਰਦੇ ਹਾਂ, ਲੇਬਲਸ ਨੂੰ ਅਸੀਂ ਯੂਜ਼ ਕਰਦੇ ਹਾਂ। ਤਾਂ ਲੇਬਲ ਕਿੱਦਾਂ ਬਣਾ ਸਕਦੇ ਹੋ, ਲੇਬਲ ਕਲਾਸ ਨੂੰ ਯੂਜ਼ ਕਰਕੇ ਤੁਸੀਂ ਜਾਵਾ ਦੇ ਵਿੱਚ ਲੇਬਲਸ ਕ੍ਰੀਏਟ ਕਰ ਸਕਦੇ ਹੋ। ਵੇਟ ਓਕੇ, ਤਾਂ ਲੇਬਲਸ ਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਓਕੇ, ਨੈਕਸਟ ਲੇਬਲ ਕਿਵੇਂ ਬਣਾਉਂਗੇ, ਉਹੀ ਚੀਜ਼, ਠੀਕ ਹੈ। ਇੱਕ ਲੇਬਲ ਕਲਾਸ ਕਿੱਦਾਂ ਇਹਨਾਂ ਨੂੰ ਯੂਜ਼ ਕਰੂਗੀ, ਤਾਂ ਇਸ ਦੀ ਇੱਕ ਐਗਜ਼ਾਮਪਲ ਤੁਸੀਂ ਨੀਚੇ ਬਣਾ ਕੇ ਦੇਖ ਸਕਦੇ ਹੋ। ਅਸੀਂ ਉੱਦਾਂ ਹੀ ਜਾਵਾ ਦੇ AWT ਪੈਕੇਜ ਨੂੰ ਇੰਪੋਰਟ ਕੀਤਾ, ਇੱਕ ਆਪਣੀ ਕਲਾਸ ਬਣਾਈ ਜਿਸ ਦੇ ਵਿੱਚ ਮੇਨ ਫੰਕਸ਼ਨ ਬਣਾਇਆ, ਅਤੇ ਮੇਨ ਫੰਕਸ਼ਨ ਦੇ ਵਿੱਚ ਜਾ ਕੇ ਅਸੀਂ ਫਰੇਮ ਕਲਾਸ ਦਾ ਆਬਜੈਕਟ ਬਣਾ ਲਿਆ L ਫਰੇਮ, ਅਤੇ 2 ਲੇਬਲ ਬਣਾਏ ਆ। ਅੱਛਾ, ਲੇਬਲ ਕਲਾਸ ਦਾ ਦੇਖ ਲਓ ਬੇਟਾ, ਮੈਂ 2 ਲੇਬਲ ਬਣਾਤੇ, lab1 ਅਤੇ lab2, ਕਲੀਅਰ। ਫਿਰ lab1 ਨੂੰ ਵੈਲਿਊ ਦਿੱਤੀ, lab2 ਨੂੰ lab1 ਦਾ ਹੀ ਸਾਈਜ਼ ਸੈੱਟ ਕਰਕੇ lab2 ਨੂੰ ਵੈਲਿਊ ਦਿੱਤੀ, lab2 ਦਾ ਸਾਈਜ਼ ਸੈੱਟ ਕੀਤਾ। ਬਟ ਐਸੀ ਚੀਜ਼ ਨੂੰ ਅਸੀਂ ਇਸ ਤਰੀਕੇ ਨਾਲ ਵੀ ਸੈੱਟ ਕਰ ਸਕਦੇ ਸੀ, ਲੇਬਲ ਲਿਖ ਕੇ, ਕੋਈ ਲੇਬਲ ਦਾ ਦੇਖੋ ਕਲਾਸ ਤਾਂ ਐਵੇਂ ਲਿਖਣੀ ਪਊ, ਉਦੋਂ ਆਬਜੈਕਟ ਦਾ ਨਾਮ ਕੋਈ ਮਰਜ਼ੀ ਰੱਖ ਲਓ। ਸਪੋਜ਼ ਕਰੋ ਮੈਂ ਰੱਖਿਆ L1, ਚਲੋ L1 ਮੈਂ ਨਾਮ ਰੱਖ ਲਿਆ। ਇਕੁਅਲ ਟੂ ਪਾ ਕੇ ਤੁਸੀਂ ਨਿਊ ਕਰਕੇ ਇੱਥੇ ਹੀ
ਤੁਹਾਡੇ ਲੇਬਲ ਨੂੰ ਵੈਲਿਊ ਦੇ ਸਕਦੇ ਸੀ। ਵੈਲਿਊ ਮਤਲਬ ਵੀ ਕੀ ਲਿਖਿਆ ਆਵੇ ਲੇਬਲ ਦਾ। ਜਿਵੇਂ ਮੈਂ ਲਿਖਤਾ ਨੇਮ, ਤਾਂ ਇੱਕ ਇਹ ਪੈਟਰਨ ਵੀ ਬੇਟਾ, ਹਾਲਾਂਕਿ ਤੁਹਾਨੂੰ ਸਿਲੇਬਸ 'ਚ ਥੋੜ੍ਹਾ ਸਾਰਾ ਤਾਂ ਨਹੀਂ ਮੈਂ ਕਰਵਾ ਪਾਊਂਗੀ, ਬਟ ਮੇਨ ਦੱਸ ਰਹੀ ਹਾਂ। ਤੁਸੀਂ ਚਾਹੋ ਤਾਂ ਪਹਿਲਾਂ ਲੇਬਲ ਨੂੰ ਸਿਰਫ ਡਿਕਲੇਅਰ ਕਰੋ, ਬਾਅਦ ਦੇ ਵਿੱਚ ਉਹਨੂੰ ਇਨੀਸ਼ੀਅਲਾਈਜ਼ ਕਰੋ। ਚਾਹੋ ਤਾਂ ਜਿੱਥੇ ਲੇਬਲ ਬਣਾ ਰਹੇ ਹੋ ਉੱਥੇ ਨਿਊ ਪਾ ਕੇ ਉਹਦੀ ਵੈਲਿਊ ਦੇ ਦਿਓ। ਕਲੀਅਰ? ਬੁੱਕ ਵਾਲੇ ਕੀ ਕਰਦੇ ਨੇ, ਪਹਿਲਾਂ ਇੰਨਾ ਪਾ ਕੇ ਸੈਮੀਕੋਲਨ ਪਾ ਕੇ ਛੱਡ ਦਿੰਦੇ ਨੇ, ਫਿਰ ਦੁਬਾਰਾ ਤੇ ਇਹ ਲਾਈਨ ਲਿਖਦੇ ਨੇ। ਚਾਹੋ ਤਾਂ ਇੱਕ ਲਾਈਨ ਦੇ ਵਿੱਚ ਤੁਸੀਂ ਲਿਖ ਸਕਦੇ ਹੋ। ਇਹ ਮੈਂ ਕਿਉਂ ਬੋਲ ਰਹੀ ਹਾਂ ਬਾਰ-ਬਾਰ, ਤੁਹਾਡੇ ਯਾਦ ਹੋਵੇ ਇੱਕ ਮੈਥਡ ਤਾਂ ਇਹ ਸੀ, ਇੰਟ ਇਹ ਪਹਿਲਾਂ ਲੈ ਲਓ, ਫਿਰ a ਨੂੰ ਵੈਲਿਊ ਦਿਓ 5। ਇੱਕ ਮੈਥਡ ਆਪਾਂ ਇਹ ਵੀ ਤਾਂ ਕੀਤਾ ਨਾ ਪੁੱਤ ਕਿ a = 5, ਅਤੇ ਅਸੀਂ ਡੈਕਲਾਰੇਸ਼ਨ ਅਤੇ ਇਨੀਸ਼ੀਅਲਾਈਜੇਸ਼ਨ ਅੱਡ ਵੀ ਕਰ ਸਕਦੇ ਹਾਂ, ਇਨੀਸ਼ੀਅਲਾਈਜੇਸ਼ਨ ਡੈਕਲਾਰੇਸ਼ਨ ਦੇ ਸਮੇਂ ਵੀ ਕਰ ਸਕਦੇ ਹਾਂ। ਤਾਂ ਇਸੇ ਅਕੋਰਡਿੰਗ ਬੁੱਕ ਵਾਲੇ ਕਦੇ ਕੋਈ ਐਗਜ਼ਾਮਪਲ ਲੈਂਦੇ ਨੇ, ਕਦੇ ਕੁੱਦਾਂ ਨਹੀਂ, ਤਾਂ ਤੁਸੀਂ ਦੋਨੇ ਚੀਜ਼ਾਂ ਹੀ ਫੋਲੋ ਕਰ ਸਕਦੇ ਹੋ। ਕਲੀਅਰ? ਓਕੇ, 2 ਲੇਬਲਸ ਬਣਾਏ, ਦੋਨਾਂ ਦੀਆਂ ਬਾਊਂਡਰੀ ਸੈੱਟ ਕਰਤੀਆਂ, ਦੋਨਾਂ ਨੂੰ ਕੋਈ ਨਾ ਕੋਈ ਟੈਕਸਟ ਦਿੱਤਾ, ਫਿਰ ਦੋਨਾਂ ਹੀ ਲੇਬਲਸ ਨੂੰ ਫਰੇਮ ਦੇ ਉੱਪਰ ਕੀਤਾ ਐਡ। ਉਸ ਤੋਂ ਬਾਅਦ ਫਰੇਮ ਦਾ ਸਾਈਜ਼ ਸੈੱਟ ਕੀਤਾ, ਉਹਦਾ ਲੇਆਊਟ, ਉਹਦੀ ਵਿਜ਼ੀਬਿਲਿਟੀ ਸੈੱਟ ਕਰਨ ਤੋਂ ਬਾਅਦ ਤੁਸੀਂ ਕੀ ਦੇਖੋਗੇ, ਇੱਥੇ ਮੇਰੇ ਕੋਲ ਆਊਟਪੁੱਟ ਨਹੀਂ ਹੈ ਇਸ ਚੀਜ਼ ਦੀ, ਤਾਂ ਤੁਸੀਂ ਕੀ ਦੇਖੋਗੇ, ਇੱਕ ਫਰੇਮ ਬਣੂਗਾ ਜਿਸ ਦੇ ਉੱਪਰ ਆਹ ਵਾਲਾ ਹੈਡਿੰਗ ਲਿਖਿਆ ਹੋਊਗਾ, ਸਟੱਡੀ ਟੂ ਨਾਈਟ ਲੇਬਲ ਡੈਮੋ ਲਿਖਿਆ ਗਿਆ ਉੱਪਰ, ਅਤੇ ਇੱਥੇ 2 ਲੇਬਲ ਲਿਖੇ ਹੋਣਗੇ। ਇੱਕ ਲੇਬਲ ਤਾਂ ਲਿਖਿਆ ਹੋਊਗਾ ਵੈਲਕਮ ਟੂ studytonight.com, ਇਹ ਲਿਖਿਆ ਗਿਆ। ਦੂਜਾ ਲੇਬਲ ਲਿਖਿਆ ਗਿਆ ਦਿਸ ਟਿਊਟੋਰੀਅਲ ਆਫ ਜਾਵਾ। ਫਰੇਮ ਦੇ ਅੰਦਰ ਬਾਊਂਡਰੀ 'ਚ ਲਿਖੇ ਦੋਨੋਂ ਆ ਜਾਣਗੇ। ਤੁਸੀਂ 2 ਚਾਹੋ 3 ਚਾਹੋ ਇੱਕ ਲੇਬਲ ਜੋ ਜਿੰਨਾ ਬਣਾਉਣਾ ਚਾਹੁੰਦੇ ਹੋ ਉਹਨੇ ਬਣਾ ਸਕਦੇ ਹੋ। ਨੈਕਸਟ ਹੁੰਦਾ ਗਾ AWT ਦਾ ਟੈਕਸਟ ਫੀਲਡ। ਟੈਕਸਟ ਫੀਲਡ ਹੁੰਦਾ ਗਾ ਜਿਸ ਦੇ ਵਿੱਚ ਤੁਸੀਂ ਟੈਕਸਟ ਬੰਦੇ ਤੋਂ ਐਂਟਰ ਕਰਵਾ ਸਕਦੇ ਹੋ ਰਨ ਟਾਈਮ ਤੋਂ। ਮਤਲਬ ਜਿਹੜਾ ਲੇਬਲ ਦਾ ਕੰਮ ਸਿਰਫ ਟੈਕਸਟ ਦਿਖਾਉਣਾ ਸੀ, ਕੁਛ ਅਸੀਂ ਲਿਖਤਾ ਇੱਥੇ ਹੋਇਆ ਐਜ਼ ਇਟ ਇਜ਼ ਲਿਖਿਆ ਕਿਸੇ ਯੂਜ਼ਰ ਨੂੰ ਸ਼ੋ ਹੋ ਰਿਹਾ, ਬਟ ਜੇ ਅਸੀਂ ਉਸ ਤੋਂ ਕੋਈ ਵੈਲਿਊ ਮੰਗਣੀ ਚਾਹੁੰਦੇ ਹਾਂ ਕਿ ਤੁਸੀਂ ਐਂਟਰ ਕਰੋ, ਤਾਂ ਉਹਦੇ ਲਈ ਅਸੀਂ ਟੈਕਸਟ ਫੀਲਡ ਨੂੰ ਯੂਜ਼ ਕਰਦੇ ਹਾਂ ਕਿ ਬੰਦਾ ਇਸ ਟੈਕਸਟ ਫੀਲਡ ਦੇ ਵਿੱਚ ਕੁਛ ਵੈਲਿਊ ਐਂਟਰ ਕਰ ਸਕਦਾ। ਉਸ ਤੋਂ ਬਾਅਦ ਅਸੀਂ ਉਸ ਦੀ ਵੈਲਿਊ ਨੂੰ ਚਾਹੀਏ ਤਾਂ ਆਪਣੇ ਅਕੋਰਡਿੰਗ ਰੀਡ ਕਰ ਸਕਦੇ ਹਾਂ, ਐਡਿਟ ਕਰ ਸਕਦੇ ਹਾਂ, ਜੋ ਕੰਮ ਤੁਸੀਂ ਚਾਹੋ ਕਰ ਸਕਦੇ ਹੋ। ਮਤਲਬ ਯੂਜ਼ਰ ਤੋਂ ਇਨਪੁਟ ਲੈਣ ਦੇ ਲਈ ਅਸੀਂ ਟੈਕਸਟ ਫੀਲਡ ਨੂੰ ਯੂਜ਼ ਕਰਦੇ ਹਾਂ, ਅਤੇ ਇੱਦਾਂ ਦੀ ਇੱਕ ਬਾਊਂਡਰੀ ਬਣੀ ਜਦੋਂ ਟੈਕਸਟ ਫੀਲਡ ਆਊਗਾ ਅਤੇ ਯੂਜ਼ਰ ਰਨ ਟਾਈਮ 'ਤੇ ਇਸ ਦੇ ਵਿੱਚ ਵੈਲਿਊ ਕੋਈ ਐਂਟਰ ਕਰ ਸਕਦਾ। ਤਾਂ ਇਹਦੀ ਵੀ ਇੱਕ ਐਗਜ਼ਾਮਪਲ ਕਰ ਲੈਂਦੇ ਹੈਗੇ ਕਿੱਦਾਂ ਕੀਤੀ ਹੋਈ ਹੈ। ਸੇਮ ਉਹੀ ਮੈਥਡ ਫੋਲੋ ਕਰਕੇ ਇੱਕ ਕਲਾਸ ਬਣਾਓ ਤੁਹਾਡੀ, ਉਸ ਦੇ ਵਿੱਚ ਮੇਨ ਬਣਾ ਕੇ ਇੱਕ ਫਰੇਮ ਬਣਾ ਲਓ, ਫਰੇਮ ਦੇ ਨਾਲ ਹੀ ਟਾਈਟਲ ਦਿੱਤਾ। ਫਰੇਮ ਬਣਾਉਂਦੇ ਸਮੇਂ ਫਰੇਮ ਤੇ ਇੱਕ ਕਲਾਸ ਹੈ, ਆ ਜਿਹੜਾ ਟੈਕਸਟ F ਲਿਖਿਆ ਹੋਇਆ ਨਾ, ਇਹ ਆਬਜੈਕਟ ਬਣਾਇਆ ਸੀ। ਤੁਸੀਂ ਇਕੱਲਾ F ਵੀ ਬਣਾ ਰੱਖ ਸਕਦੇ ਸੀ ਇਹਦਾ ਆਬਜੈਕਟ। ਫਿਰ ਅਸੀਂ 2 ਟੈਕਸਟ ਫੀਲਡ ਬਣਾ ਲਏ ਬੇਟਾ ਉਹਦੇ, ਟੈਕਸਟ 1 ਟੈਕਸਟ 2। ਟੈਕਸਟ ਫੀਲਡ ਤੁਹਾਡੀ ਕਲਾਸ ਦਾ ਨਾਮ ਹੈ, 2 ਆਬਜੈਕਟ ਬਣੇ ਉਹਦੇ, ਟੈਕਸਟ 1 ਅਤੇ ਟੈਕਸਟ 2। ਕਲੀਅਰ ਹੈ? ਆਬਜੈਕਟ ਬਣਾ ਕੇ ਇੱਥੇ ਅਸੀਂ ਉਹਦੇ ਆਬਜੈਕਟ ਦੀ ਵੈਲਿਊ ਵੀ ਦੇਤੀ, ਯਾਨੀ ਕਿ ਪਹਿਲੇ ਟੈਕਸਟ ਬਾਕਸ 'ਚ ਆਪਣੇ ਆਪ ਕੀ ਲਿਖਿਆ ਆਊਗਾ, ਆ ਚੀਜ਼ ਲਿਖੀ ਆਵੇ, ਦੂਜੇ ਦੇ ਵਿੱਚ ਇਹ ਚੀਜ਼ ਲਿਖੀ ਆਵੇ। ਦੋਨਾਂ ਦੀਆਂ ਬਾਊਂਡਰੀ ਸੈੱਟ ਕਰ ਦੇਣਾ, ਦੋਨਾਂ ਨੂੰ ਹੀ ਟੈਕਸਟ ਬਾਕਸਿਸ ਨੂੰ ਫਰੇਮਸ ਦੇ ਉੱਪਰ ਐਡ ਕਰਤਾ ਦੋਨਾਂ, ਮਤਲਬ ਉਸ ਤੋਂ ਬਾਅਦ ਤੁਹਾਡੇ ਫਰੇਮ ਦਾ ਸਾਈਜ਼ ਸੈੱਟ ਕੀਤਾ, ਲੇਆਊਟ ਅਤੇ ਵਿਜ਼ੀਬਿਲਿਟੀ ਸੈੱਟ ਕਰਕੇ ਤੁਸੀਂ ਇਹਨੂੰ ਦੇਖ ਲਓਗੇ ਤਾਂ ਹੋਊਗਾ ਕਿ ਇੱਕ ਫਰੇਮ ਬਣੂਗਾ ਤੁਹਾਡਾ, ਜਿਸ ਦੇ ਉੱਪਰ ਪਹਿਲਾਂ ਤਾਂ ਇਹ ਵਾਲਾ ਜਿਹੜਾ ਹੈਡਿੰਗ ਹੈ ਉਹ ਲਿਖਿਆ ਹੋਊਗਾ ਸਟੱਡੀ ਟੂ ਨਾਈਟ ਟੈਕਸਟ ਫੀਲਡ। ਫਿਰ ਨੀਚੇ ਇੱਕ ਟੈਕਸਟ ਫੀਲਡ ਬਣੂਗੀ ਤੁਹਾਡੀ ਜਿਸ ਦੇ ਵਿੱਚ ਮਤਲਬ ਇੱਦਾਂ ਦੇ ਇੱਕ ਬਾਕਸ ਦੇ ਵਿੱਚ ਲਿਖਿਆ ਹੋਊਗਾ ਵੈਲਕਮ ਟੂ ਸਟੱਡੀ ਟੂ ਨਾਈਟ। ਇੱਦਾਂ ਹੀ ਪਤਾ ਦੂਜੇ ਦੇ ਵਿੱਚ ਵੀ ਲਿਖਿਆ ਹੋਊਗਾ ਦਿਸ ਟਿਊਟੋਰੀਅਲ ਆਫ ਜਾਵਾ। ਤੁਸੀਂ ਚਾਹੋ ਤਾਂ ਉਹਨੂੰ ਬਣਾਉਂਦੇ ਸਮੇਂ ਦੱਸ ਦਿਓ ਕਿ ਉਸ ਦੇ ਵਿੱਚ ਕੀ ਲਿਖਿਆ ਹੋਵੇ। ਚਾਹੋ ਤਾਂ ਆਪਾਂ ਉੱਪਰ ਇੱਕ ਐਗਜ਼ਾਮਪਲ ਕੀਤੀ ਸੀ ਸੈਟ ਟੈਕਸਟ। ਸੈਟ ਟੈਕਸਟ ਦਾ ਕੰਮ ਵੀ ਇਹੀ ਹੈ ਕਿ ਜੇ ਤੁਸੀਂ ਟੈਕਸਟ ਫੀਲਡ ਦੇ ਵਿੱਚ ਕਿਸੇ ਟੈਕਸਟ ਨੂੰ ਸੈੱਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸੈਟ ਟੈਕਸਟ ਮੈਥਡ ਨੂੰ ਯੂਜ਼ ਕਰ ਸਕਦੇ ਹੋ। ਜਿਹੜੀ ਅਸੀਂ ਬਟਨ ਦੀ ਕਲਿੱਕ ਦੀ ਐਗਜ਼ਾਮਪਲ ਲਈ ਸੀ ਉਹ ਇਸੇ ਦੀ ਐਗਜ਼ਾਮਪਲ ਹੈ। ਨੈਕਸਟ ਆਉਂਦਾ ਬੇਟਾ ਟੈਕਸਟ ਏਰੀਆ। ਹੁਣ ਜਿਹੜਾ ਟੈਕਸਟ ਫੀਲਡ ਸੀ ਨਾ ਉਹ ਵੀ ਟੈਕਸਟ ਹੀ ਦਿਖਾ ਰਿਹਾ ਸੀ, ਬਟ ਉਹ ਸਿੰਗਲ ਲਾਈਨ ਦੇ ਵਿੱਚ ਦਿਖਾਉਣ ਦੇ ਲਈ ਸੀਗਾ। ਜੇਕਰ ਤੁਸੀਂ ਕਿਸੇ ਯੂਜ਼ਰ ਤੋਂ ਦਾ ਐਡਰੈਸ ਸਟੋਰ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਇੱਕ ਲਾਈਨ ਵਾਲੇ ਬਾਕਸ 'ਚ ਤਾਂ ਹੋ ਨਹੀਂ ਪਾਊਗਾ। ਜੇਕਰ ਤੁਸੀਂ ਮਲਟੀਪਲ ਲਾਈਨਸ ਦੀ ਫੈਸਿਲਿਟੀ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਟੈਕਸਟ ਫੀਲਡ ਨਾ ਯੂਜ਼ ਕਰਕੇ ਟੈਕਸਟ ਏਰੀਆ ਨੂੰ ਯੂਜ਼ ਕਰ ਲਓ। ਇਹ ਵੀ ਬਣਨ ਦਾ ਤਰੀਕਾ ਇਹਦਾ ਉੱਦਾਂ ਹੀ ਹੈ। ਕਿੱਦਾਂ ਬਣੂਗਾ? ਤੁਹਾਡੀ ਇੱਕ ਕਲਾਸ ਜਿਸ ਦੇ ਵਿੱਚ ਮੇਨ ਫੰਕਸ਼ਨ ਦੇ ਵਿੱਚ ਅਸੀਂ ਇੱਕ ਫਰੇਮ ਬਣਾ ਲਿਆ। ਹੁਣ ਇੱਥੇ ਦੇਖੋ ਬੇਟਾ, ਇੱਥੇ ਇਹਨਾਂ ਨੇ ਥੋੜ੍ਹਾ ਜਿਹਾ ਐਗਜ਼ਾਮਪਲ 'ਚ ਇੱਕ ਚੀਜ਼ ਚੇਂਜ ਕਰਤੀ, ਸਿਰਫ ਫਰੇਮ ਬਣਾਇਆ, ਫਰੇਮ ਦਾ ਇੱਥੇ ਟਾਈਟਲ ਨਹੀਂ ਦਿੱਤਾ। ਅੱਗੇ ਤਾਂ ਆਪਾਂ ਡਬਲ ਕੋਟੇਸ਼ਨਸ ਪਾ ਕੇ ਇੱਥੇ ਹੀ ਟਾਈਟਲ ਦੇ ਦਿੰਦੇ ਸੀ, ਠੀਕ ਹੈ। ਇੱਕ ਇਹਨਾਂ ਨੇ ਟੈਕਸਟ ਏਰੀਆ ਬਣਾ ਲਿਆ, ਸ਼ੁਰੂ ਦੇ ਵਿੱਚ ਟੈਕਸਟ ਏਰੀਆ 'ਚ ਲਿਖਿਆ ਹੋਇਆ ਇਹਨਾਂ ਨੇ ਦੱਸਤਾ। ਟੈਕਸਟ ਏਰੀਆ ਦੇ ਬਾਊਂਡ ਸੈੱਟ ਕੀਤੇ, ਉਸ ਏਰੀਆ ਨੂੰ ਫਰੇਮ ਦੇ ਉੱਪਰ ਐਡ ਕਰਤਾ, ਤੁਹਾਡੇ ਫਰੇਮ ਦਾ ਸਾਈਜ਼ ਸੈੱਟ ਕੀਤਾ, ਲੇਆਊਟ ਸੈੱਟ ਕੀਤੀ, ਅਤੇ ਉਸ ਤੋਂ ਬਾਅਦ ਮੇਨ ਦੇ ਵਿੱਚ ਉਸਨੂੰ ਐਗਜ਼ਾਮਪਲ ਨੂੰ ਰਨ ਕਰਕੇ ਦਿਖਾਤਾ। ਤਾਂ ਹੁਣ ਜਦੋਂ ਇਹ ਵਾਲੀ ਐਗਜ਼ਾਮਪਲ ਜਿਹੜੀ ਤੁਹਾਡੀ ਐਗਜ਼ੀਕਿਊਟ ਹੋਊਗੀ ਉਦੋਂ ਫਰੇਮ ਦੇ ਉੱਪਰ ਟਾਈਟਲ ਲਿਖਿਆ ਕੁਛ ਨਹੀਂ ਆਉਣਾ। ਕਲੀਅਰ? ਕਿਉਂ? ਕਿਉਂਕਿ ਕਿਸੇ ਕੋਲ ਟਾਈਟਲ ਹੈ ਤਾਂ ਸੈੱਟ ਹੀ ਨਹੀਂ ਕੀਤਾ। ਚਾਹੁੰਦੇ ਤਾਂ ਇੱਥੇ ਵੀ ਸੈੱਟ ਕਰ ਸਕਦੇ ਸੀ, ਸੈੱਟ ਟਾਈਟਲ ਯੂਜ਼ ਕਰਕੇ ਵਰਡ
ਆਪਾਂ नहीं किया ना, आप इत्थे टाइटल दिता ना इत्थे सैट टाइटल किया अपने आप, ठीक है। तो जस्ट तुहाडा एक टैक्सट एरिया बनिया आऊगा जिस दे विच ये चीज़ लिखी हुई तुहाडी आऊगी। टैक्सट एरिया दीयां वैल्यूज़ नूं भी तुसीं बंदे मतलब रन टाइम ते यूज़र तो भी वैल्यू उत्थे लै सकदे हो, जां तुसीं चाहो तो खुद भी दिखा सकते हो उस दे विच वैल्यू। अच्छा मेन मैं बार बार नहीं दस रही, मेन दे विच की है, मेन दे विच जिहड़ी तुहाडे उपर क्लास बनदी असीं सिर्फ उहदा ऑब्जैक्ट ही बनाउणे हुंदे आ। दैन आ गया बेटा चैक बॉक्स। हुण चैक बॉक्स तुसीं समझदे हो ना कि असीं इहदे विच चैक बॉक्सिस बनावांगे, ते चैक बॉक्स दे अकॉर्डिंग जिहड़े तुहाडे चैक बॉक्स ये ने, सपोज करो ਇੱਥੇ दो तुहाडे कोल चॉइस दित्तियां कि सी या सी प्लस प्लस, तुसीं जो लैनी है उसनूं चैक कर लो, ठीक है। उहदे उपर तुसीं सॉरी टिक मार लो, ये तुहाडे टैक्सट बॉक्सिस बन जाएंगे, सॉरी चैक बॉक्सिस बन जाएंगे। तो ये बनाने के लिए चैक बॉक्स क्लास में यूज़ करोगे, बनूगा किद्दां उदे AWT ਨੂੰ इंपोर्ट करो, तुहाडी एक क्लास बनाओ, उस क्लास दे विच उसके कंस्ट्रक्टर दे विच असीं सारी कोडिंग कीती, असीं एक फ्रेम बनाया, फ्रेम दा ऑब्जैक्ट बना लिया चैक BF, ये उसका टाइटल लिखिया होगा। फिर हजा हुण देखो, हुण असीं एक चैक बॉक्स बनाया पहला, क्लीयर, वो चैक बॉक्स दा ऑब्जैक्ट रखिया, ये तो चैक बॉक्स क्लास है, तो चैक बॉक्स के शुरू च लिखिया की आऊगा यस, ठीक है। तो वो बाउंड्री सैट कीतियां, फिर एक होर चैक बॉक्स बनाया नो वाला, उहदियां भी बाउंड्री सैट कीतियां, बट नो वाले तो यस वाले एक डिफरेंस देखो, इत्थे यस लिखिया, नो लिखिया, इत्थे ट्रू लिखिया। मतलब एक ये चीज़ होंदी है ना कि चलो चैक बॉक्स तो बन गए, कई बार फ्रेम दे विच ना तुसीं अपने अकॉर्डिंग भी किसी नूं चैक कर सकते हो, बट कई बार कोई एक पहला तो ही चैक आउंदा, तुसीं चाहो तो बदल के दूजे नूं भी चैक कर दो, इनू अनचैक कर दो, मतलब इत्थों टिक नूं डिलीट कर दो, चाहो तो अपने अकॉर्डिंग कर सकते हो। बट शुरू दे विच एक चीज़ होंदा ना कि शुरू दे विच तो ये चैक आवे तो उहनूं कर दो ट्रू, तो शुरू च यस ते टिक लगी आऊगी, तुसीं चाहो तो इसनूं बदल सकते हो रन टाइम पर, क्लीयर। तो दो चैक से बॉक्सिस बनाए, यस नूं उन्हां दे अगे लिखिया होगा, मतलब चैक बॉक्सिस तो बन गए, इत्थे लिखिया भी आऊगा यस या नो, तो बाय डिफॉल्ट ए वाले ते चैक ही आऊगा ये। तो दोनों चैक बॉक्सिस दे टाइटल दिते, दोनों दी बाउंड्री सैट की, दोनों नूं फ्रेम के उपर ऐड करके फ्रेम का साइज सैट, लेआउट वगैरह सैट किया। नैक्सट तुहाडे कोल आ रहा है चैक बॉक्स ग्रुप। हुण इत्थे एक चीज़ ध्यान नाल सुनो बेटा, एक तो तुहानूं मैं ऑप्शन दस रही हाँ कि सी प्लस प्लस जावा, सपोज करो तीन तुहाडे कोल ने, तीन ही तुहाडे कोल इधर ने सी प्लस प्लस जावा। हुण इहदे विच एक चीज़ नोट करो, जेकर मैं तुहानूं कहां कि तुसीं मल्टीपल कोर्स लै सकदे हो, तो तुसीं देखो किसी ते भी टिक करोगे, जो जो तुसीं लैणे है, चाहो तो तिन्नां ते टिक कर दो, चाहो तो दोवां ते टिक कर दो, चाहो तो एक ते टिक कर दो। बट एक चीज़ वो नहीं होंदी कि कोई एक ही एक टाइम ते सिलैक्ट होगा, जिद्दां मैं सी नूं सिलैक्ट किया, बट जदों ही मैं सी प्लस प्लस ते क्लिक कर लगू, सी मेरा ऑटोमैटिकली की हो जाऊगा, अनचैक हो जू, कली सी प्लस प्लस टिक रह जूगी। जे मान लो मैं सी प्लस प्लस की जगह वापस सी ते क्लिक करना चाहनी है, तो सी चैक होगी, तो ये अपने आप इधरों डिलीट हो जू। मतलब कि एक टाइम ते इन्हां विचों तुसीं कोई एक ही ऑप्शन लै सकते हो, जेकर इदां कुछ है, ठीक है, जिन्होंने असीं वैसे रेडियो बटन भी कहते रहने हैगे। जे तो तुसीं मल्टीपल ऑप्शनस विचों सिर्फ कोई एक ही सिलैक्ट कर सकते हो, एक नूं सिलैक्ट करते हो, दूजी करन लगदे हो, तो उधरों अनचैक हो जाती, इधर चैक हो जूगी। बट जे तुसीं मल्टीपल्स नूं चैक कर सकते हो एक ही ऑप्शन, ये तो असीं उपरली एग्जाम्पल च कर चुके हैं। बट हुण ये आउंदी है ये वाली ऑप्शन, जे तुसीं कुछ इदां बनाउणा चाहुंदे हो कि मल्टीपल ऑप्शनस दे विचों बंदा सिर्फ एक नूं ही एट अ टाइम चैक कर सके, तो उहदे लई उही चैक बॉक्स उपर वाले बनाओ, बट उहदे लई तुसीं एक चैक बॉक्स ग्रुप बनाउणा पैंदा, ठीक है। जे तुहाडे सारे ही चैक बॉक्सिस एक ग्रुप के बन जाएंगे, तो वो सिर्फ एक टाइम ते उस ग्रुप विचों एक ही सिलैक्ट होगा। तो इसकी एग्जाम्पल देखते हो, उदां ही AWT नूं इंपोर्ट करके तुसीं तुहाडी क्लास दे विच, क्लास के कंस्ट्रक्टर दे विच एक फ्रेम बना लो, फ्रेम का ऑब्जैक्ट बना लिया, सॉरी फ्रेम बना लिया। हुण चैक बॉक्स ग्रुप सिर्फ बनाउणा गा, चैक बॉक्स ग्रुप बनाया सी एक, क्लीयर। तो उस तो बाद चैक बॉक्सिस बना लो, एक यस वाला बना लिया, एक नो वाला बना लिया। हुण यही दो चैक बॉक्सिस जिहड़े पुराने तरीके नाल ही बने आ जिहड़ा ग्रुप बनाया ना, इहदे विच ऐड कर दो। सिर्फ कोडिंग च लिखना सी, कोई इदां नहीं होगा भी इदां कोई बाउंड्री बनी आऊगी, नहीं, जस्ट वो एक ग्रुप के बन जाएंगे। जो तुसीं उन्होंने उस ग्रुप के विच ऐड किया ना, चैक कर लो बेटा तुहाडा चैक बॉक्स का जिहड़ा असीं ग्रुप बनाया है।
ठीक है। वेट एक चीज़ तुहानूं होर दिखा रही हाँ। ओके, चैक बॉक्स का जिहड़ा ग्रुप बनाया जो तुसीं उस दे विच इन्हां चीज़ां नूं ऐड करोगे तो ये ऑटोमैटिकली एक ग्रुप दे बन जाएंगे। उस तो बाद उन्हां चों सिर्फ एक ही एक टाइम ते चैक होऊगा। क्लीयर, क्योंकि इत्थे जो तुसीं हाँ तो उन्हां तो एक समय ते सिर्फ एक ही जिहड़ा तुहाडा चैक बॉक्स वो चैक हो पाऊगा, बाकी सारी तुहाडी वर्डिंग पुरानी है। दैन AWT लिस्ट जो तुहानूं मैं दस्सिया सी कि इदां एक स्क्रीन टाइप जी मतलब एक रिकटैंगुलर जी बाउंडरी बन जू जिस दे विच एक टाइम ते मल्टीपल ऑप्शनस आउणगीਆਂ ते इकट्ठियां दिख भी रहीਆਂ होणगीਆਂ। एक हुंदी है ना ड्रॉप डाउन बटन, ਉਹਦੇ 'ਚ ਤਾਂ ਹੁੰਦਾ कि जे ਅਸੀਂ ਐਰੋ 'ਚ क्लिक करांगे ਤਾਂ सारी लिस्ट नीचे ਸਾਨੂੰ शो होनी, ਸਾਨੂੰ जस्ट एक इदां शो ਹੁੰਦਾ ਗਾ। जे एक टाइम सब कुछ देखना चाਹੁੰਦੇ हो इदां लिस्ट टाइप बनाना चाਹੁੰਦੇ हो ਤੁਸੀਂ लिस्ट ऑप्शन ਨੂੰ यूज़ कर सकते हो। ये भी ईजी है, जस्ट एक क्लास बनाओ उसके कंस्ट्रक्टर के विच जाके तुसीं तुहाडा फ्रेम बना लो। हुण इत्थे इन्हां ने फ्रेम का ऑब्जेक्ट बनाया लिस्ट F ते फ्रेम दे विच इत्थे कुछ दिता नहीं, मतलब टाइटल नहीं दिता फ्रेम का जिहड़ा कि असीं उपर दिंदे हुंदे सी, चाहो तो दो नहीं तो रहन दो। लिस्ट बनाई एक जिसका ऑब्जेक्ट बनाया OBJ तो इत्थे दस्सिया सी 6, मतलब वो 6 टोटल वैल्यूज़ असीं दवांगे। उसदियां बाउंडरी सैट कीतियां सी भी किस पोजीशन तो सानू बनी हुई दिखे, सारी वो बाउंड सैट करके फिर उस जो भी असीं एलीमेंट्स नूं ऐड करना ना एक एक करके तुसीं इदां ऐड लिख के तुसीं वैल्यूज़ दोगे तो ऑटोमैटिकली तुहाडी लिस्ट ऐड होंदियां जाणगीਆਂ। फिर उस लिस्ट नूं फ्रेम के उपर ऐड करो तो फ्रेम के ऑब्जेक्ट के नाल ऐड पा के लिस्ट का ऑब्जेक्ट लिख दो, फ्रेम ऐड हो गया। फ्रेम दी सैटिंग्स करके वापस तो वालियां ये बन गई तुहाडी लिस्ट। दैन नैक्सट है बेटा तुहाडे कोल चॉइस, जिन्हों असीं बोलते हैं, जिन्हों तुहानूं मैं कॉम्बो बॉक्स बोल रही सी ना कि इदां तुहाडे कोल बनी आऊगी, एरो टाइप होऊगा। कॉम्बो बॉक्स बोलते हैं जिसनूं जां ड्रॉप डाउन लिस्ट बोलते हैं इसनूं, उन्होंने AWT चॉइस असीं बोल सकते हैं, जिस विच तुहाडे कोल मल्टीपल चॉइसिस ने। ये सेम उदा ही चीज़ है बट जस्ट उदा सिर्फ की होगा जिहड़ा दिखाउण दा तरीका है चॉइस लिस्ट का वो तुहाडा चेंज रहूगा। यानी कि असी की कर रहे हैं जस्ट एक ड्रॉप डाउन मैन्यू क्रिएट कर रहे हैं, वही चीज़ कॉम्बो बॉक्स टाइप। ठीक है, तो इत्थे असी जेकर वो चीज़ बनानी है कॉम्बो बॉक्स जावा दे विच तो उदों असीं उसनूं चॉइस बोलते हैं, तो तुसीं वो भी वापस उस एग्जाम्पल की तरह बना सकते होगे। बट इत्थे जिहड़ा ऑब्जेक्ट बनाओगे फ्रेम का ऑब्जेक्ट तो बनाना, चॉइस का ऑब्जेक्ट बनाओगे उदे उहदियां बाउंडरी सैट करके उहदे विच सारे एलीमेंट्स नूं ऐड करो, उहनूं फ्रेम ते ऐड करो। जस्ट होगा कि उपरली लिस्ट दे विच डिफरेंस जो तुहानूं हुण मैं दस्सिया कि इहदे विच तां इदां एरो आऊगा। ठीक है, तो ये सारियां वैल्यूज़ पुत उदों शो होणगीਆਂ जो असीं आ क्लिक करते हैं, नीचे एक लिस्ट तुहानूं दिख जूगी। जो असीं किसी एक नूं सिलेक्ट कर लिया लिस्ट वापस सारी लुक जाती है। बट जी दूसरी लिस्ट सी सॉरी ये तो चॉइस की गल सी, जी दूसरी लिस्ट उस सब कुछ तुहानूं शो होंदा रहता, तुसीं किसी एक नूं सिलेक्ट जिवें करना चाहो कर सकते हो। तो ये सी साडा टॉपिक AWT का जिस दे विच असीं सारे टॉपिक्स मेन कवर किए ने।